ਸਤਿ ਸ੍ਰੀ ਅਕਾਲ ਜੀ। ਪੰਜਾਬ ਦੇ ਵਿੱਚ ਜਿਹੜਾ ਅਰਥਚਾਰਾ ਉਹ ਕਿਵੇਂ ਡੋਲਿਆ ਹੋਇਆ, ਇਹਦੇ ਬਾਰੇ ਤਾਂ ਪੰਜਾਬੀਆਂ ਨੂੰ ਦੱਸਣ ਦੀ ਲੋੜ ਨਹੀਂ ਹੈ। ਜਿਹੜਾ ਕਰਜ਼ਾ ਉਹ ਕੌੜੀ ਵੇਲ ਵਾਂਗ ਵੱਧਦਾ ਤੁਰਿਆ ਜਾ ਰਿਹਾ। ਕਾਰਨ ਕੀ ਆ? ਜਿੱਥੋਂ ਪੈਸੇ ਆਉਣੇ ਆ ਖਜ਼ਾਨੇ ਦੇ ਵਿੱਚ, ਉਹ ਜਿੰਨੇ ਵੀ ਸੋਰਸ ਨੇ ਉਹਨਾਂ ਦੇ ਉੱਤੇ ਰਾਜਨੀਤਿਕ ਲੋਕਾਂ ਦੇ ਕਬਜ਼ੇ ਹੋ ਗਏ। ਆਪਾਂ ਸਾਰੇ ਰੋਜ਼ ਪੜ੍ਹਦੇ ਹਾਂ ਇਲੀਗਲ ਮਾਈਨਿੰਗ ਕਿੰਨੀ ਹੋ ਰਹੀ ਆ, ਇਹਦੇ ਪਿੱਛੇ ਕੌਣ ਲੋਕ ਨੇ, ਉਹ ਰੁਕ ਕਿਉਂ ਨਹੀਂ ਰਹੀ। ਜਿਹੜੀਆਂ ਖੱਡਾਂ ਲੀਗਲੀ ਤੌਰ ਦੇ ਉੱਤੇ 8 ਫੁੱਟ ਤੋਂ ਵੱਧ ਨਹੀਂ ਪੁੱਟੀਆਂ ਜਾ ਸਕਦੀਆਂ, ਉਹ 20-20 ਫੁੱਟ ਪੁੱਟ ਰਹੀਆਂ ਗਈਆਂ। ਕਿਸੇ ਡਿਸਟ੍ਰਿਕਟ ਦੇ ਵਿੱਚ ਚਲੇ ਜਾਓ, ਉੱਥੇ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ, ਉਹਦੇ ਪਿੱਛੇ ਤੁਹਾਨੂੰ ਕੋਈ ਨਾ ਕੋਈ ਰਾਜਨੀਤਿਕ ਵਿਅਕਤੀ ਦਾ ਹੱਥ ਦਿਸੂਗਾ, ਜਿਹਦੇ ਕਰਕੇ ਉਹ ਰੁਕ ਨਹੀਂ ਰਹੀ। ਜੇ ਇਹ ਲੀਗਲ ਹੋਵੇ ਮਾਈਨਿੰਗ, ਸਰਕਾਰ ਆਪਣੇ ਹੱਥਾਂ ਦੇ ਵਿੱਚ ਲਵੇ। ਜਦੋਂ ਇਹ ਨਵੀਂ ਸਰਕਾਰ ਬਣੀ ਸੀ, ਉਦੋਂ ਇੱਕ ਕਮੇਟੀ ਬਣੀ ਸੀ ਜਿਹਨੇ ਰਿਪੋਰਟ ਦਿੱਤੀ ਸੀ ਕਿ ਮਾਈਨਿੰਗ ਆਪਣੇ ਹੱਥਾਂ ਦੇ ਵਿੱਚ ਲਈ ਜਾਵੇ। ਅਜਿਹਾ ਨਹੀਂ ਕੀਤਾ ਗਿਆ, ਸ਼ਾਇਦ ਇਸ ਕਰਕੇ ਕਿ ਜਿਹੜੇ ਕੁਝ ਲੋਕ ਚੋਣਾਂ ਜਿੱਤ ਕੇ ਆਏ, ਉਹ ਪਹਿਲਾਂ ਅੱਖ ਰੱਖੀ ਬੈਠੇ ਹੁੰਦੇ ਆ ਕਿ ਕਿਹੜੀਆਂ ਖੱਡਾਂ ਕਿਹਦੀਆਂ ਨੇ, ਇਸ ਕਰਕੇ ਉਹ ਕਦੀ ਵੀ ਹੋਣ ਨਹੀਂ ਦਿੰਦੇ। ਫਿਰ ਇੱਕ ਰਿਪੋਰਟ ਇਹ ਵੀ ਆਈ ਸੀ ਕਿ ਜਿਹੜੀ ਸ਼ਰਾਬ ਹੈ ਉਹਦਾ ਤੁਸੀਂ ਪਰਚੂਨ ਨਹੀਂ ਕਰਨਾ, ਠੇਕੇ ਨਹੀਂ ਸਰਕਾਰ ਨੇ ਆਪਣੇ ਹੱਥਾਂ ਦੇ ਵਿੱਚ ਲੈਣੇ, ਥੋਕ ਆਪਣੇ ਹੱਥਾਂ ਦੇ ਵਿੱਚ ਲੈ ਲੇ, ਉਹਦੇ ਨਾਲ ਸਰਕਾਰ ਦਾ ਰੈਵਨਿਊ ਵੱਧ ਸਕਦਾ। ਉਹ ਗੱਲ ਵੀ ਨਹੀਂ ਮੰਨੀ ਗਈ। ਉਂਝ ਵੈਸੇ ਸਰਕਾਰ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਵੀ ਸ਼ਾਮਲ ਸੀਗਾ ਕਿ ਸਰਕਾਰ ਬਣਨ ਦੇ 3 ਮਹੀਨਿਆਂ ਦੇ ਵਿੱਚ ਅਸੀਂ ਟਰਾਂਸਪੋਰਟ ਪਾਲਿਸੀ ਲੈ ਕੇ ਆਵਾਂਗੇ। 5ਵਾਂ ਸਾਲ ਸਟਾਰਟ ਹੋ ਗਿਆ, ਉਹ ਟਰਾਂਸਪੋਰਟ ਪਾਲਿਸੀ ਕਿਤੇ ਦਿਸੀ ਨਹੀਂ। ਅੱਜ ਆਪਾਂ ਗੱਲ ਕਰਾਂਗੇ ਥੋੜੀ ਜਿਹੜੀ ਇਲੀਗਲ ਸ਼ਰਾਬ ਦਾ ਧੰਦਾ ਹੈ, ਉਹ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਹੈ। ਉਹ ਚਰਚਾ ਦੇ ਵਿੱਚ ਕਿਉਂ ਆ? ਕਿਉਂਕਿ ਪ੍ਰਸਿੱਧ ਪਿੰਡ ਬਾਦਲ ਦੇ ਵਿੱਚ ਇੱਕ ਜਿਹੜੀ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜੀ ਗਈ ਆ। ਕਿੰਨਾ ਕੁ ਸਮਾਨ ਉਹਦੇ ਤੋਂ ਫੜਿਆ ਗਿਆ, ਕਿੰਨਾ ਸ਼ੋਅ ਕੀਤਾ ਜਾਂਦਾ, ਇਹ ਬਾਅਦ ਵਾਲੀ ਗੱਲ ਹੈ। ਫੜਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਗਿਆ। ਜਿੰਨੀਆਂ ਫੋਟੋਆਂ, ਜਿੰਨੀਆਂ ਵੀਡੀਓਜ਼ ਉਹਦੀਆਂ ਪਹੁੰਚੀਆਂ ਨੇ, ਉਹ ਇੰਨੀਆਂ ਜ਼ਿਆਦਾ ਨੇ ਕਿ ਇਉਂ ਲੱਗਦਾ ਹੈ ਕਿ ਕਈ ਸਾਲਾਂ ਤੱਕ ਧੰਦਾ ਚਲਾਉਣ ਦਾ ਇੰਤਜ਼ਾਮ ਇਹਨਾਂ ਲੋਕਾਂ ਨੇ ਉੱਥੇ ਕੀਤਾ ਹੋਇਆ ਸੀ। ਕਿੰਨੇ ਦੇਰ ਤੋਂ ਇਹ ਚਲਾਉਂਦੇ ਸਨ, ਕੁਝ ਨਹੀਂ ਪਤਾ। ਕਿੰਨੀ ਇਲੀਗਲ ਸ਼ਰਾਬ ਇੱਕ ਹੋਰ ਗੱਲ ਹੈ, ਇੱਥੇ ਇਹ ਵੀ ਥੋੜਾ ਜਿਹਾ ਫਰਕ ਮਹਿਸੂਸ ਕਰਨਾ ਤੁਸੀਂ। ਇਲੀਗਲ ਸ਼ਰਾਬ ਹੋਰ ਚੀਜ਼ ਹੈ, ਜ਼ਹਿਰੀਲੀ ਸ਼ਰਾਬ ਹੋਰ ਚੀਜ਼ ਹੈ। ਜਿਹੜੇ ਕੈਮੀਕਲ ਦੇ ਡਰਮ ਉੱਥੋਂ ਫੜੇ ਗਏ ਆ, ਉਸ ਕੈਮੀਕਲ ਤੋਂ ਇਹ ਸ਼ਰਾਬ ਜਿਹੜੀ ਉਹ ਤਿਆਰ ਕੀਤੀ ਜਾਂਦੀ ਹੈ। ਕਿੰਨੀ ਖਤਰਨਾਕ ਹੋ ਸਕਦੀ ਹੈ। ਅੱਜ ਕੱਲ੍ਹ ਤਾਂ ਕਰੋਨਾ ਕਿਸੇ ਨੇ ਪੁੱਛਣਾ ਨਹੀਂ। ਉਂਝ ਵੈਸੇ ਜਿੱਥੇ ਲਿਵਰ ਦਾ ਇਲਾਜ ਹੁੰਦਾ, ਉੱਥੇ ਜਾ ਕੇ ਜੇ ਪਤਾ ਕਰ ਲਓ ਤੇ ਬਹੁਤ ਸਾਰੀ ਕਹਾਣੀ ਜਿਹੜੀ ਆ ਉਹ ਦੂਜੀ ਸਾਹਮਣੇ ਆ ਸਕਦੀ ਹੈ। ਪੰਜਾਬ ਦੇ ਵਿੱਚ ਜਿਹੜਾ ਇਲੀਗਲ ਸ਼ਰਾਬ ਹੈ, ਜਾਂ ਜਿਹੜੀ ਕੈਮੀਕਲ ਤੋਂ ਸ਼ਰਾਬ ਬਣਾਈ ਜਾਂਦੀ ਹੈ, ਇਹਦਾ ਧੰਦਾ ਤਾਂ ਚੱਲ ਰਿਹਾ ਕਈ ਸਾਲਾਂ ਤੋਂ, ਪਰ ਇੱਕਦਮ ਇਹ ਸਾਹਮਣੇ ਆਇਆ ਪਿਛਲੇ ਸਾਲ। ਕਰਫਿਊ ਲੱਗਿਆ ਹੋਇਆ ਸੀ, ਲੋਕਡਾਊਨ ਦੇ ਵਿੱਚ ਲੋਕ ਸਨ, ਅੰਨੇ ਵਾਹ ਜਿਹੜੀ ਸੀ ਉਹ ਸ਼ਰਾਬ ਬਣਾ ਕੇ ਇਸ ਕੈਮੀਕਲ ਤੋਂ ਤਿਆਰ ਕਰਕੇ ਪੂਰੇ ਪੰਜਾਬ ਦੇ ਵਿੱਚ ਵੰਡੀ ਗਈ। ਬੜਾ ਵੱਡਾ ਸਵਾਲ ਸੀ ਕਿ ਜਦੋਂ ਲੋਕਡਾਊਨ ਲੱਗਿਆ ਹੋਇਆ, ਸੜਕਾਂ ਦੇ ਉੱਤੇ ਕੋਈ ਆ ਨਹੀਂ ਸਕਦਾ, ਤੇ ਫਿਰ ਇਹ ਜਿਹੜੀ ਸ਼ਰਾਬ ਸੀ ਜ਼ਹਿਰੀਲੀ, ਇਹ ਕਿਵੇਂ ਵੰਡੀ ਗਈ? ਕਿਉਂਕਿ ਨਾਮ ਬੋਲਦਾ ਸੀ ਕੁਝ ਪੋਲੀਟੀਸ਼ੀਅਨਾਂ ਦਾ। ਰਾਜਪੁਰੇ ਦੇ ਵਿੱਚ ਫੜੀਆਂ ਗਈਆਂ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਸੀਗੀਆਂ, ਤੁਹਾਨੂੰ ਯਾਦ ਹੋਣਾ, ਉਹਦੇ ਵਾਸਤੇ ਮੈਂ ਕੁਝ ਤੁਹਾਨੂੰ ਵਿਦ ਡੇਟ ਜਿਹੜੀਆਂ ਉਹ ਯਾਦ ਕਰਵਾਉਂਦਾ ਜਾਵਾਂ ਕਿ ਜਦੋਂ ਇਹ ਰਾਜਪੁਰੇ ਦੇ ਵਿੱਚ, ਡਿਸਟ੍ਰਿਕਟ ਪਟਿਆਲਾ ਦੇ ਵਿੱਚ ਇਹ ਫੈਕਟਰੀਆਂ ਫੜੀਆਂ ਗਈਆਂ ਨੇ, ਤਾਂ ਉਸ ਵੇਲੇ ਕੁਝ ਜਿਹੜੇ ਪੁਲਿਸ ਵਾਲੇ ਸਸਪੈਂਡ ਕਰ ਦਿੱਤੇ ਗਏ ਸਨ। ਇਹ ਹੈ ਜੀ ਦਸੰਬਰ ਦੀ ਜਿਹੜੀ ਉਹ ਗੱਲ। ਔਰ ਇੱਥੇ ਜਿਹੜੇ ਰਾਜਪੁਰਾ ਦੇ ਵਿੱਚ ਦੋ ਕੋਈ ਜਿਹੜੇ ਥਾਣੇਦਾਰ ਸੀ ਛੋਟੇ, ਉਹ ਸਸਪੈਂਡ ਕਰ ਦਿੱਤੇ ਗਏ। ਇੱਕ ਜਿਹੜਾ DSP ਸੀਗਾ,
ਉਹਨੇ ਵੀ ਜਿਹੜਾ ਜੀ ਉਹ ਦੱਸਿਆ ਕਿ ਡੀਐਸਪੀ ਦਾ ਵੀ ਇਹਦੇ ਵਿੱਚ ਕੋਈ ਰੋਲ ਜਿਹੜਾ ਉਹ ਨਜ਼ਰ ਆਇਆ ਔਰ ਉਹਨੂੰ ਵੀ ਜਿਹੜਾ ਸੀ ਉਹ ਸਸਪੈਂਡ ਉਦੋਂ ਕੀਤਾ ਗਿਆ। ਹੁਣ ਤੁਸੀਂ ਸੋਚੋ ਕਿ ਕੋਈ ਇੱਕ ਡੀਐਸਪੀ ਜਾਂ ਜਿਹੜੇ ਏਐਸਆਈ ਜਾਂ ਐਸਐਚਓ ਕੀ ਉਹ ਇਲੀਗਲ ਸ਼ਰਾਬ ਦੀ ਫੈਕਟਰੀ ਚਲਾ ਸਕਦੇ ਆ? ਉਹ ਜਿਹੜੀ ਇਹ ਜ਼ਹਿਰੀਲੀ ਸ਼ਰਾਬ ਹੈ ਜਿਹੜੀ ਕੈਮੀਕਲ ਤੋਂ ਤਿਆਰ ਹੁੰਦੀ ਆ, ਕੀ ਉਹ ਇੱਕ ਡੀਐਸਪੀ ਜਾਂ ਇੱਕ ਥਾਣੇਦਾਰ, ਛੋਟਾ ਥਾਣੇਦਾਰ, ਵੱਡਾ ਥਾਣੇਦਾਰ ਉਹ ਚਲਾ ਸਕਦਾ? ਨਹੀਂ ਚਲਾ ਸਕਦਾ, ਕਿਸੇ ਵੀ ਹਾਲਤ 'ਚ ਨਹੀਂ ਚਲਾ ਸਕਦਾ। ਉਹਦੇ ਪਿੱਛੇ ਕੋਈ ਨਾ ਕੋਈ ਹੋਰ ਹੋਊਗਾ। ਉਹਨਾਂ ਨੂੰ ਫੜ ਕੇ ਸਸਪੈਂਡ ਕਰਕੇ ਕਹਾਣੀ ਨਿਬੇੜ ਦਿੱਤੀ ਗਈ। ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਜੀ ਉਹ ਆ ਜੋ ਦੂਜੀ ਫੈਕਟਰੀ ਜਿਹੜੀ ਆ ਉਹ ਫੇਰ ਫੜੀ ਜਾਂਦੀ ਆ ਪਟਿਆਲੇ ਦੇ ਵਿੱਚ, ਰਾਜਪੁਰੇ ਦੇ ਵਿੱਚ। ਮਈ ਜਿਹੜੀ 26/2020 ਨੂੰ ਇਹ ਫੜੀ ਜਾਂਦੀ ਆ, ਉਹ 19 'ਚ ਫੜੀ ਜਾਂਦੀ ਜਿਹੜੀ ਪਹਿਲੀ ਹੈ। ਇਹ 26 ਮਈ 2020 ਇਹ ਉਹ ਟਾਈਮ ਸੀਗਾ ਜਦੋਂ ਆਪਾਂ ਸਾਰੇ ਭੁਗਤ ਰਹੇ ਸੀ ਲੋਕਡਾਊਨ। ਔਰ ਇਹ ਜਿਹੜੀ ਸ਼ੰਭੂ ਦੇ ਬਾਰਡਰ ਦੇ ਨੇੜੇ ਤੋਂ ਫੈਕਟਰੀ ਫੜੀ ਜਾਂਦੀ ਆ। ਤੇ ਇਹਦੇ ਵਿੱਚ ਜਿਹੜਾ ਇੱਥੋਂ ਦੇ ਕੁਝ ਲੋਕਲ ਲੀਡਰ ਨੇ ਜਿਹੜੇ ਦੋਨਾਂ ਪਾਰਟੀਆਂ ਦੇ ਨੇ, ਕਾਂਗਰਸ ਵੀ ਤੇ ਅਕਾਲੀ ਦਲ ਦੇ ਵੀ, ਉਹਨਾਂ ਬੰਦਿਆਂ ਦੀ ਮਿਲੀ ਭੁਗਤ ਜਿਹੜੀ ਆ ਇਹਦੇ ਵਿੱਚ ਸਾਹਮਣੇ ਆਉਂਦੀ ਹੈ, ਦੱਬ ਲਈ ਜਾਂਦੀ ਹੈ। ਦੱਬ ਕਿਵੇਂ ਲਈ ਜਾਂਦੀ ਹੈ ਸਭ ਨੂੰ ਪਤਾ ਹੈ। ਰੌਲਾ ਕੌਣ ਪਾਊਗਾ? ਜਿਨ੍ਹਾਂ ਨੇ ਰੌਲਾ ਪਾਇਆ, ਹਾਂ ਜੀ ਇਹਦੀ ਕੋਈ ਗੱਲ ਨਹੀਂ, ਇਹਦੀ ਇਨਕੁਆਇਰੀ ਜਿਹੜੀ ਆ ਉਹ ਚੱਲ ਰਹੀ ਆ, ਖਬਰਾਂ ਲੱਗੀਆਂ 4 ਦਿਨ, ਉਸ ਤੋਂ ਬਾਅਦ ਗੱਲ ਆਈ ਗਈ ਹੋਗੀ। ਫਿਰ ਆਉਂਦਾ ਜਿਹੜਾ ਉਸ ਤੋਂ ਬਾਅਦ ਮਾਝੇ ਵਾਲਾ ਜਿਹੜਾ ਕਾਂਡ। ਔਰ ਮਾਝੇ ਦੇ ਵਿੱਚ ਪਹਿਲਾਂ 10 ਮੌਤਾਂ ਹੁੰਦੀਆਂ ਨੇ। ਇਹ ਜੁਲਾਈ 2020 ਦੇ ਵਿੱਚ ਜਿਹੜਾ ਉਹ ਵਾਪਰਦਾ। ਔਰ ਜੁਲਾਈ ਤੋਂ ਇਹ ਮੌਤਾਂ 31 ਜੁਲਾਈ ਤੋਂ ਸਟਾਰਟ ਹੁੰਦੀਆਂ ਨੇ। 10 ਫਿਰ 38 ਹੋ ਜਾਂਦੀਆਂ ਨੇ, ਫਿਰ 50 ਹੋ ਜਾਂਦੀਆਂ ਨੇ, ਫਿਰ 70 ਹੋ ਜਾਂਦੀਆਂ ਨੇ। ਔਰ ਫਿਰ ਇਹ ਕਰਦਿਆਂ 125 ਮੌਤ ਜਿਹੜੀ ਉਹ ਹੋ ਜਾਂਦੀ ਹੈ ਤਰਨਤਾਰਨ ਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਦੇ ਵਿੱਚ, ਸਿਰਫ ਇੱਥੇ ਹੀ। ਇਹਦੇ ਵਿੱਚ ਜਿਹੜੇ 7 ਵਿਅਕਤੀ ਨੇ ਉਹ ਗ੍ਰਿਫਤਾਰ ਕੀਤੇ ਜਾਂਦੇ, ਇਸ ਕਰਕੇ ਕਿ ਰੌਲਾ ਬਹੁਤ ਵੱਡਾ ਜਿਹੜਾ ਉਹ ਪੈ ਜਾਂਦਾ ਪੰਜਾਬ ਦੇ ਵਿੱਚ ਵੀ ਇੰਨੀਆਂ ਮੌਤਾਂ ਇਸ ਜ਼ਹਿਰੀਲੀ ਸ਼ਰਾਬ ਦੇ ਨਾਲ। ਇਹ ਉਹੀ ਸ਼ਰਾਬ ਹੈ ਜਿਹੜੀ ਕੈਮੀਕਲ ਤੋਂ ਤਿਆਰ ਕੀਤੀ ਜਾਂਦੀ ਹੈ। ਔਰ ਇਹਦੇ ਵਿੱਚ ਇੱਕ ਔਰਤ ਸਣੇ, ਇਹ ਜਿਹੜੀ ਬਲਵਿੰਦਰ ਕੌਰ ਹੈ, ਉਹ ਮੁੱਛੜ ਪਿੰਡ ਦੀ ਹੈ। ਉਹ 304 ਜਿਹੜੀ ਧਾਰਾ ਉਹਦੇ ਤਹਿਤ ਉਹਨੂੰ ਐਕਸਾਈਜ਼ ਐਕਟ ਜਿਹੜਾ ਉਹਦੇ ਤਹਿਤ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ। ਔਰ ਇੱਕ ਜਿਹੜੀ ਦਰਸ਼ਨਾ ਰਾਣੀ ਤੇ ਰਾਜਨ ਉਹ ਬਟਾਲਾ ਡਿਸਟ੍ਰਿਕਟ ਤੋਂ ਗ੍ਰਿਫਤਾਰ ਕੀਤੇ ਜਾਂਦੇ ਆ। ਬਾਕੀ ਕਸ਼ਮੀਰ ਸਿੰਘ ਗ੍ਰਿਫਤਾਰ ਕੀਤਾ ਜਾਂਦਾ, ਅੰਗਰੇਜ਼ ਸਿੰਘ, ਅਮਰਜੀਤ, ਬਲਜੀਤ ਇਹ ਤਰਨਤਾਰਨ ਤੋਂ ਜਿਹੜੇ ਅਰੈਸਟ ਕੀਤੇ ਜਾਂਦੇ ਆ। ਇਹਦੇ ਵਿੱਚ ਇੱਕ ਜਿਹੜਾ ਉੱਥੇ ਬੈਠਦਾ ਇੱਕ ਧਾਰਮਿਕ ਜਗ੍ਹਾ ਦੇ ਉੱਤੇ ਖਡੂਰ ਸਾਹਿਬ ਦੇ ਨੇੜੇ, ਉਹ ਬੰਦੇ ਦਾ ਨਾਮ ਵੀ ਆਉਂਦਾ, ਉਹਦੀ ਵੀ ਅਰੈਸਟ ਹੁੰਦੀ ਆ। ਜਦੋਂ ਉਹਦਾ ਨਾਮ ਆਉਂਦਾ ਤੇ ਜਿਹੜੇ ਇਹ ਕਿਉਂਕਿ ਜੰਡਿਆਲਾ ਗੁਰੂ ਤੋਂ ਲੈ ਕੇ ਬੈਲਟ ਜਿਹੜੀ ਉਹ ਤਰਨਤਾਰਨ ਤੱਕ ਹੈ, ਜਿਹਦੇ ਵਿੱਚ ਇਹ ਇਲੀਗਲ ਵਿਛੜੇ ਬਿਆਸ ਆ ਜਾਂਦਾ ਉਹਦੇ, ਜਿਹੜੇ ਵਿੱਚ ਇਹ ਜਿਹੜੀ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲੇ ਲੋਕ ਮਰਦੇ ਨੇ 125 ਦੇ ਕਰੀਬ, ਜਿਨ੍ਹਾਂ ਦੀ ਗਿਣਤੀ ਹੈ। ਰੌਲਾ ਜ਼ਿਆਦਾ ਪੈ ਜਾਂਦਾ ਇੰਨੀ ਗਰਮੀ ਦੇ ਵਿੱਚ। ਠੰਡ 'ਚ ਨਹੀਂ ਵੈਸੇ ਤਾਂ ਮੁੱਖ ਮੰਤਰੀ ਸਾਹਿਬ ਨਿਕਲਦੇ, ਉਦੋਂ ਫਿਰ ਗਰਮੀ 'ਚ ਆਉਣਾ ਪੈਂਦਾ। ਤੁਸੀਂ ਦੇਖਿਆ ਹੋਊਗਾ ਜਿਹੜੇ ਉਹ ਲਾਏ ਸੀਗੇ ਟੈਂਟ ਵਗੈਰਾ, ਉਹਨਾਂ ਦੇ ਵਿੱਚ ਫਿਰ ਪਿੱਛੇ ਏਸੀ ਲਾਏ ਗਏ ਸੀਗੇ ਕਿਉਂਕਿ ਇੰਨੀ ਗਰਮੀ 'ਚ ਆਉਣਾ ਬਹੁਤ ਔਖਾ ਸੀਗਾ। ਮੁੱਖ ਮੰਤਰੀ ਸਾਹਿਬ ਉੱਥੇ ਗਏ, ਤਰਨਤਾਰਨ ਦੇ ਵਿੱਚ ਫੰਕਸ਼ਨ ਹੁੰਦਾ। ਜਿਹੜੇ ਮਰਨ ਵਾਲੇ ਨੇ ਪਰਿਵਾਰ ਦੇ ਜਿਹੜੇ ਪਿੱਛੇ ਰਹਿ ਗਏ ਮੈਂਬਰ ਨੇ, ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ। ਫਿਰ ਇਹ ਕਿੰਨੀ ਰਕਮ ਹੋਵੇ, ਪਹਿਲਾਂ ਥੋੜੀ ਅਨਾਉਂਸ ਕੀਤੀ ਜਾਂਦੀ, ਫਿਰ ਵਧਾ ਦਿੱਤੀ ਜਾਂਦੀ ਹੈ, ਫਿਰ 5-5 ਲੱਖ ਕੋਈ ਕਰ ਦਿੱਤੀ ਜਾਂਦੀ ਹੈ ਤਾਂ ਕਿ ਉਹਨਾਂ ਦੇ ਮੂੰਹ ਬੰਦ ਕਰ ਦਿੱਤੇ ਜਾਣ। ਉਹ ਜਿਹੜੇ 125 ਲੋਕ ਮਰ ਗਏ, ਉਹਨਾਂ ਦਾ 5-5 ਲੱਖ ਰੁਪਈਆ ਮੁੱਲ ਸਰਕਾਰ ਨੇ ਪਾਤਾ ਤੇ ਉਹ ਲੋਕ ਚੁੱਪ ਕਰਕੇ ਬੈਠ ਗਏ ਕਿਉਂਕਿ ਉਹ ਆਮ ਘਰਾਂ ਦੇ ਸਨ। ਉਹਨਾਂ ਦੇ ਵਾਸਤੇ 5 ਲੱਖ ਰੁਪਈਆ ਬਹੁਤ ਸੀ ਵੀ ਚਲੋ ਜੀ ਚਲੇ ਗਿਆ ਤਾਂ ਚਲੇ ਗਿਆ। ਰੋਏ ਪਿੱਟੇ ਤਾਂ ਬਹੁਤ ਉਹ ਆਪਾਂ ਸਾਰਿਆਂ ਨੇ ਉਦੋਂ ਵੀਡੀਓਜ਼ ਦੇਖੀਆਂ, ਪਰ ਕੌਣ ਪੁੱਛਦਾ ਰੌਣ ਪਿੱਟਣ ਨੂੰ। ਇੱਕ ਗੱਲ ਉੱਥੇ ਮੁੱਖ ਮੰਤਰੀ ਸਾਹਿਬ ਜਿਹੜਾ ਉਹ ਅਨਾਉਂਸ ਕਰਦੇ ਆ, ਇੱਕ ਤਾਂ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਜਾਂਦੇ ਆ ਔਰ ਇਹ ਕਿਹਾ ਜਾਂਦਾ ਕਿ ਛੇਤੀ ਤੋਂ ਛੇਤੀ ਇਹਦੀ ਇਨਕੁਆਇਰੀ ਜਿਹੜੀ ਇਸ ਘਟਨਾ ਦੀ ਕੀਤੀ ਜਾਵੇ ਕਿ ਕਿਵੇਂ ਇਹ ਮਰੇ। ਉਹ ਮੈਜਿਸਟ੍ਰੇਟ ਜਾਂਚ ਦਾ ਕੀ ਬਣਿਆ
ਸ਼ਾਇਦ ਕਿਸੇ ਨੂੰ ਪਤਾ ਹੋਵੇ ਤੇ ਕਾਈਂਡਲੀ ਕਮੈਂਟ ਦੇ ਵਿੱਚ ਥੱਲੇ ਲਿਖ ਦੇਣਾ, ਤਾਂ ਕਿ ਮੇਰੀ ਵੀ ਜਾਣਕਾਰੀ ਦੇ ਵਿੱਚ ਵਾਧਾ ਹੋ ਜਾਏ ਕਿ ਉਹ ਜਿਹੜੀ ਜਾਂਚ ਕੀਤੀ ਗਈ ਸੀ ਜਿਹਦੇ ਵਿੱਚ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਸਨ, ਜਿਨ੍ਹਾਂ ਨੂੰ ਜੇ ਮੈਂ ਗਲਤ ਨਹੀਂ ਤਾਂ ਉਦੋਂ ਜਾਂਚ ਇਹ ਦਿੱਤੀ ਗਈ ਸੀਗੀ। ਇੱਕ ਕਮੇਟੀ ਮੰਤਰੀਆਂ ਦੀ ਵੀ ਬਣਦੀ ਆ, 3 ਮੰਤਰੀਆਂ ਦੀ, ਉਹਨੇ ਵੀ ਰਿਪੋਰਟ ਜਿਹੜੀ ਆ ਉਹ ਮੁੱਖ ਮੰਤਰੀ ਸਾਹਿਬ ਨੂੰ ਦੇਣੀ ਹੁੰਦੀ ਆ। ਉਹ ਜਿਹੜੀ ਕਮੇਟੀ ਦੀ ਰਿਪੋਰਟ ਆ ਕੀ ਉਹ ਤਿਆਰ ਹੋਈ, ਉਹ ਦਿੱਤੀ ਗਈ, ਇਹ ਨਹੀਂ ਕੁਝ ਵੀ ਪਤਾ। ਨਾ ਤਾਂ ਉਹ ਮੈਜਿਸਟ੍ਰੇਟ ਜਾਂਚ ਜਿਹੜੀ ਉਹਦਾ ਪਤਾ ਕਿ ਉਹਨਾਂ ਨੇ ਕੀ ਰਿਪੋਰਟ ਦਿੱਤੀ, ਮੁੱਖ ਮੰਤਰੀ ਸਾਹਿਬ ਨੇ ਉਹਦੇ ਉੱਤੇ ਕੀ ਐਕਸ਼ਨ ਲਿਆ। ਜਿਹੜੀ ਮੰਤਰੀਆਂ ਨੇ ਰਿਪੋਰਟ ਦੇਣੀ ਸੀਗੀ ਬ੍ਰਹਮ ਮਹਿੰਦਰਾ ਸਾਹਿਬ ਦੀ ਅਗਵਾਈ ਦੇ ਵਿੱਚ, ਉਹ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ ਸੀ ਉਦੋਂ, ਉਸ ਰਿਪੋਰਟ ਦਾ ਕੀ ਬਣਿਆ। ਉਹ ਰਿਪੋਰਟ ਦੇ ਵਿੱਚ ਕਿਹੜੇ ਲੋਕ ਸੀ ਜਿਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ, ਕੀ ਉਹਦੇ ਵਿੱਚ ਕੋਈ ਜਿਹੜਾ ਪੋਲੀਟੀਕਲ ਨਾਮ ਸੀਗਾ ਉਹ ਸਾਹਮਣੇ ਆਇਆ। ਰਾਜਪੁਰਾ ਦੇ ਵਿੱਚ ਜੋ ਕੁਝ ਹੋਇਆ, ਜਿੱਥੇ ਕੁਝ ਸਪਾਈ ASI ਤੇ DSP ਵਗੈਰਾ ਸਸਪੈਂਡ ਕਰ ਦਿੱਤੇ ਗਏ, ਉੱਥੇ ਕਿਸੇ ਪੋਲੀਟੀਕਲ ਬੰਦੇ ਦਾ ਨਾਮ ਸਾਹਮਣੇ ਆਇਆ? ਨਹੀਂ, ਸਾਹਮਣੇ ਨਹੀਂ ਆਇਆ। ਕੋਈ ਰਿਪੋਰਟ ਜਿਹੜੀ ਉਹ ਮੇਰੀ ਜਾਚੇ ਨਹੀਂ ਆਈ ਹੁੰਦੀ ਤੇ ਸਰਕਾਰ ਨੇ ਵਿਖਾਉਣੀ ਜ਼ਰੂਰ ਸੀਗੀ। ਉਹ ਕਿੱਥੇ ਆ ਪਤਾ ਨਹੀਂ, ਸ਼ਾਇਦ ਹਾਈ ਕੋਰਟ ਦੇ ਵਿੱਚ ਜਿਹੜੇ ਬੰਦ ਪਏ ਲਿਫਾਫੇ ਨੇ ਉਹਨਾਂ ਵਾਂਗੂ ਕਿਤੇ ਲਿਫਾਫੇ ਬੰਦ ਕਰਕੇ ਰੱਖੇ ਹੋਏ ਹੋਣਗੇ, ਸਮਾਂ ਆਉਣ ਤੇ ਖੋਲੇ ਜਾਣਗੇ। ਉਹ ਸਮਾਂ ਕਦੋਂ ਆਊਗਾ ਕੁਝ ਨਹੀਂ ਪਤਾ। ਇੱਕ ਅਨਾਉਂਸਮੈਂਟ ਮੁੱਖ ਮੰਤਰੀ ਸਾਹਿਬ ਉੱਥੇ ਹੋਰ ਕਰਦੇ ਆ, ਉਹ ਇਹ ਗੱਲ ਕਹਿੰਦੇ ਆ ਕਿ ਜਿਹੜੀ ਇਸ ਤਰ੍ਹਾਂ ਦੀ ਸ਼ਰਾਬ ਜਿਹੜੀ ਬਣਦੀ ਆ, ਜਿਹੜੀ ਕੈਮੀਕਲ ਤੋਂ ਤਿਆਰ ਕੀਤੀ ਜਾਂਦੀ ਆ, ਉਹਦੇ 'ਚ ਕਤਲ ਦੀ ਧਾਰਾ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ, ਔਰ ਕਤਲ ਦੀ ਧਾਰਾ 302 ਇਹਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। ਇਹ ਉੱਥੇ ਅਨਾਉਂਸ ਕਰਦੇ ਨੇ ਮੁੱਖ ਮੰਤਰੀ ਸਾਹਿਬ। ਉਦੋਂ ਬਾਅਦ ਕਿੰਨੀ ਹੋਰ ਸ਼ਰਾਬ ਜਿਹੜੀ ਆ ਉਹ ਪੰਜਾਬ ਦੇ ਵਿੱਚ ਫੜੀ ਜਾਂਦੀ ਆ, ਬਹੁਤ ਸਾਰੀ। ਔਰ ਇਹ 6 ਅਗਸਤ ਤੇ 2020 ਦੀ ਗੱਲ ਹੈ, ਜਦੋਂ ਮੁੱਖ ਮੰਤਰੀ ਸਾਹਿਬ ਜਿਹੜੀ ਇੱਥੇ ਸਾਈਟ ਹੈਗੀ ਆ ਸਰਕਾਰ ਦੀ, ਜਿਹੜਾ ਲੋਕ ਸੰਪਰਕ ਵਿਭਾਗ ਚਲਾਉਂਦਾ, ਉਹਦੇ ਉੱਤੇ ਅੱਜ ਵੀ ਪਈ ਆ ਉਹ ਉਹਨਾਂ ਦੀ ਜਿਹੜੀ ਪ੍ਰੈਸ ਰਿਲੀਜ਼ ਆ। 6 ਅਗਸਤ 2020 ਨੂੰ ਜਿਹੜਾ ਜਾਰੀ ਕਰਦੇ ਨੇ ਮੁੱਖ ਮੰਤਰੀ ਸਾਹਿਬ ਇਹ ਬਿਆਨ ਕਿ ਹੁਣ ਇਹ ਜਿਹੜੀ ਇਦਾਂ ਦੀ ਸ਼ਰਾਬ ਫੜੀ ਜਾਊਗੀ ਜਿਹੜੀ ਕੈਮੀਕਲ ਤੋਂ ਤਿਆਰ ਹੁੰਦੀ ਆ, ਉਹਦੇ ਉੱਤੇ 302 ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਊਗਾ, ਭਾਵ ਕਿ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਊਗਾ। ਔਰ ਉਦੋਂ ਚੰਗੀ ਸ਼ਲਾਘਾ ਵੀ ਹੁੰਦੀ ਆ ਮੁੱਖ ਮੰਤਰੀ ਸਾਹਿਬ ਦੀ, ਵਾਕਿਆ ਹੀ ਇਹ ਕਿਉਂਕਿ ਕਤਲ ਨੇ, ਇਹ ਬਿਨਾਂ ਕਿਸੇ ਸ਼ੱਕ ਦੇ ਕਤਲ ਨੇ ਜਿਹੜੇ ਕੀਤੇ ਜਾ ਰਹੇ ਨੇ। ਉਦੋਂ ਬਾਅਦ ਕੀ ਕਿਸੇ ਮਾਮਲੇ ਦੇ ਵਿੱਚ 302 ਦੇ ਤਹਿਤ ਮੁਕੱਦਮਾ ਦਰਜ ਹੋਇਆ? ਇਹ ਬਹੁਤ ਵੱਡਾ ਜਿਹੜਾ ਸਵਾਲ ਹੈ। ਮੇਰੀ ਜਾਣਕਾਰੀ ਦੇ ਮੁਤਾਬਕ, ਮੇਰੀ ਜਾਣਕਾਰੀ ਨਕੰਮੀ ਹੋ ਸਕਦੀ ਹੈ, ਤੁੱਛ ਹੋ ਸਕਦੀ ਹੈ, ਸ਼ਾਇਦ ਨਹੀਂ ਹੋਇਆ। ਕੋਈ ਮੁਕੱਦਮਾ ਅਜੇ ਤੱਕ ਜਿਹੜਾ ਉਹ ਨਹੀਂ ਦਰਜ ਹੋਇਆ। ਹੁਣ ਕੀ ਹੋਇਆ, ਕੱਲ ਜਿਹੜਾ ਮੁਕਤਸਰ ਸਾਹਿਬ ਦਾ ਵੱਡਾ ਪਿੰਡ ਹੈ ਬਾਦਲ, ਪ੍ਰਸਿੱਧ ਪਿੰਡ ਹੈ, ਉੱਥੇ ਛਾਪਾ ਵੱਜਦਾ। ਉੱਥੋਂ ਠੀਕ ਉਸੇ ਤਰੀਕੇ ਦੇ ਨਾਲ ਸਮਾਨ ਫੜਿਆ ਜਾਂਦਾ ਜਿਹੋ ਜਿਹਾ ਸ਼ੰਭੂ ਬਾਰਡਰ ਤੇ ਰਾਜਪੁਰੇ ਦੀਆਂ ਫੈਕਟਰੀਆਂ ਤੋਂ ਫੜਿਆ ਗਿਆ ਸੀਗਾ। ਔਰ ਇਹ ਇੱਕ ਜਿਹੜਾ ਫਾਰਮ ਹਾਊਸ ਹੈ ਜਿੱਥੋਂ ਇਹ ਸਾਰਾ ਸਮਾਨ ਫੜਿਆ ਜਾਂਦਾ, ਜਿਹੜਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਬਹੁਤ ਕਰੀਬੀ ਰਿਸ਼ਤੇਦਾਰ ਪਰਮਜੀਤ ਸਿੰਘ ਲਾਲੀ ਬਾਦਲ ਹੋਰਾਂ ਦਾ ਹੈ। ਇਹ ਕਿਹਾ ਜਾ ਰਿਹਾ, ਜਿਹੜੇ ਲਾਲੀ ਬਾਦਲ ਨੇ ਉਹ ਇਹ ਕਹਿੰਦੇ ਆ ਕਿ ਮੇਰਾ ਜਿਹੜਾ ਇਹ ਫਾਰਮ ਹਾਊਸ ਹੈ, ਜਿਹੜਾ ਬਾਗ ਹੈ ਮੇਰਾ, ਇਹ ਮੈਂ ਇਹ ਲੀਜ਼ ਤੇ ਦੇ ਦਿੱਤਾ ਸੀ 2018 ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਨੂੰ। ਇਸ ਕਰਕੇ ਮੇਰਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ। ਜਿਹੜੀ ਮੈਨੂੰ ਨਹੀਂ ਪਤਾ ਕਿ ਉੱਥੇ ਕੀ ਕਰਦੇ ਸੀਗੇ। ਹਾਲਾਂਕਿ ਇਸ ਤਰ੍ਹਾਂ ਦੀ ਗੱਲ ਹੋ ਨਹੀਂ ਸਕਦੀ। ਤੁਹਾਨੂੰ ਜੇ ਯਾਦ ਹੋਵੇ, ਜਦੋਂ ਗੁਜਰਾਤ ਦੇ ਨਾਲ ਤਾਰਾਂ ਜੁੜੀਆਂ ਸੀਗੀਆਂ ਚਿੱਟੇ ਦੀਆਂ, ਇੱਕ ਕੋਠੀ ਫੜੀ ਗਈ ਸੀ, ਮਸੀਹ ਸੀ ਉਹ ਵਿਅਕਤੀ, ਉਹਦਾ ਨਾਮ ਕੁਛ, ਜਿਹੜਾ ਅੰਮ੍ਰਿਤਸਰ ਤੋਂ, ਉਹ ਕਹਿੰਦਾ ਮੈਂ ਤਾਂ ਕੋਠੀ ਕਿਰਾਏ ਤੇ ਦਿੱਤੀ ਸੀ। ਉਹਦੀ ਇਨਵੋਲਵਮੈਂਟ ਉਦੋਂ ਸਾਹਮਣੇ ਆ ਗਈ ਸੀ। ਇਹ ਨਹੀਂ ਪਤਾ ਕਿ ਪਰਮਜੀਤ ਸਿੰਘ ਲਾਲੀ ਬਾਦਲ ਹੁਰੀ ਜਿਹੜੇ ਉਹਨਾਂ ਨੇ ਪਟੇ ਦੀ ਜਿਹੜੀ ਲੀਜ਼ ਦੀ ਕਾਪੀ ਪੁਲਿਸ ਨੂੰ ਸੌਂਪੀ ਆ, ਪੁਲਿਸ ਅੱਗੇ ਇਨਵੈਸਟੀਗੇਸ਼ਨ ਕਰੂਗੀ ਔਰ ਉਹਦੇ ਵਿੱਚੋਂ ਕੀ ਉਹ ਕੱਢਦੀ ਆ, ਇਹ ਅਜੇ ਕੱਲ੍ਹ ਵਾਲੀ ਗੱਲ ਹੈ। ਪਰ ਉਦੋਂ ਇਸ ਤਰ੍ਹਾਂ ਦੀ ਗੱਲ ਜਿਹੜੀ ਉਹ ਸਾਹਮਣੇ ਜ਼ਰੂਰ ਆਈ ਸੀਗੀ, ਕਿਉਂਕਿ ਉਹ ਇੱਕ ਪੋਲੀਟੀਕਲ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਔਰ ਉਹਨਾਂ ਦੇ ਫਾਰਮ ਹਾਊਸ ਦੇ ਵਿੱਚੋਂ ਇਹ ਇੰਨਾ ਸਮਾਨ ਜਿਹੜਾ ਉਹ ਮਿਲਿਆ, ਜਿਹੜਾ ਉਹ ਕਹਿੰਦੇ ਕਿ ਮੈਂ ਲੀਜ਼ ਦੇ ਉੱਤੇ ਜਿਹੜੀ ਉਹ ਦਿੱਤੀ ਹੋਈ ਸੀਗੀ। ਇੱਥੋਂ 2200 ਲੀਟਰ ਜਿਹੜੀ ਉਹ ਗੈਰ ਕਾਨੂੰਨੀ ਸ਼ਰਾਬ ਮਿਲੀ ਆ। ਇਹਦੇ ਵਿੱਚ ਜਿਹੜਾ ਐਕਸਟਰਾ ਨਿਊਟਰਲ ਐਲਕੋਹਲ ਜਿਹੜਾ ਉਹ ਹਜ਼ਾਰਾਂ ਭਰੀਆਂ ਤੇ ਖਾਲੀ ਬੋਤਲਾਂ, ਜਾਲੀ ਹੋਲੋਗ੍ਰਾਮਸ
ਭਾਰਤੀ ਬ੍ਰਾਂਡਸ ਦੇ ਢੱਕਣ ਤੇ ਡੱਬਿਆਂ ਦੇ ਨਾਲ ਪੰਜਾਬ, ਹਰਿਆਣਾ, ਹਿਮਾਚਲ, ਸਿੱਕਮ, ਦਮਨ ਤੇ ਦਿਓ ਦੀ ਸ਼ਰਾਬ ਵੀ ਬਰਾਮਦ ਹੋਈ, ਜਿਹੜੀ ਮਤਲਬ ਕਿ ਉਹ ਸਿਰਫ ਇੱਥੇ ਸਟicker ਲਾਏ ਜਾਂਦੇ ਸੀਗੇ, ਹੋਲੋਗ੍ਰਾਮ ਜਿਹੜੇ ਉਹ ਬਣਾਏ ਹੋਏ ਨੇ। ਬੋਟਲਿੰਗ ਜਿਹੜੀ ਇੱਥੇ ਮਹਿਜ਼ ਕੀਤੀ ਜਾਂਦੀ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ ਕੈਮੀਕਲ ਦੇ ਡਰਮ ਫੜੇ ਆ, ਜਿਹਦੇ ਨਾਲ ਇਹ ਸ਼ਰਾਬ ਜਿਹੜੀ ਉਹ ਤਿਆਰ ਕੀਤੀ ਜਾਂਦੀ ਸੀਗੀ। ਰਾਇਲ ਸਟੈਗ, ਇੰਪੀਰੀਅਲ ਗੋਲਡ, ਬਲੂ ਲੈਗੇਸੀ, ਬਲੂ ਕੈਟ, ਬਿਗ ਬੈਰਲ ਵਰਗੇ ਜਿਹੜੇ ਬ੍ਰਾਂਡਸ ਨੇ ਉਹਨਾਂ ਦੀਆਂ ਬੋਤਲਾਂ ਵੀ ਜਿਹੜੀਆਂ ਉਹ ਤਿਆਰ ਹੁੰਦੀਆਂ ਸਨ ਇੱਥੇ। ਇਹਦੇ ਵਿੱਚ ਜਿਹੜਾ ਇਹ ਪਲਾਂਟ ਦਾ ਅਕਾਊਂਟ ਮੈਨੇਜਰ ਆ ਆਨੰਦ ਸ਼ਰਮਾ, ਬਠਿੰਡਾ ਦਾ ਰਹਿਣ ਵਾਲਾ, ਤੇ ਪ੍ਰਗਟ ਸਿੰਘ ਪਿੰਡ ਲਾਲਬਾਈ ਤੇ ਜਸ਼ਨ ਸਿੰਘ ਪਿੰਡ ਖਿਓਵਾਲੀ ਜਿਹੜੇ ਉਹ ਸ਼ਾਮਲ ਨੇ। ਲੰਬੀ ਪੁਲਿਸ ਥਾਣੇ ਦੇ ਵਿੱਚ ਇਹਦੇ ਸੰਬੰਧੀ ਕੇਸ ਦਰਜ ਜਿਹੜਾ ਉਹ ਕੀਤਾ ਗਿਆ। ਜਿਹੜੇ ਅੰਦਰੂਨੀ ਸੂਤਰ ਨੇ ਉਹਨਾਂ ਨੇ ਦੱਸਿਆ ਕਿ ਜਿੰਨਾ ਸਮਾਨ ਉੱਥੋਂ ਮਿਲਿਆ, ਪੂਰੀ ਰਾਤ ਜਿਹੜਾ ਉੱਥੋਂ ਲੱਦ ਹੁੰਦਾ ਰਿਹਾ ਸਮਾਨ ਟਰੱਕਾਂ ਦੇ ਵਿੱਚ। ਕਿੰਨੇ ਟਰੱਕ ਉੱਥੋਂ ਲੱਦੇ ਗਏ ਨੇ? ਬਹੁਤ ਸਾਰੇ ਨੇ। ਪੁਲਿਸ ਕਿੰਨੇ ਸ਼ੋਅ ਕਰਦੀ ਆ ਇਹ ਅਜੇ ਦੇਖਾਂਗੇ। ਆਬਕਾਰੀ ਵਿਭਾਗ ਕਿੰਨੇ ਸ਼ੋਅ ਕਰਦਾ। ਜਿਹੜੀ FIR ਆ ਉਹਦੇ ਵਿੱਚ ਕਿੰਨਾ ਸਮਾਨ ਜਿਹੜਾ ਟੋਟਲ ਦੱਸਿਆ ਜਾਂਦਾ। ਔਰ ਸਭ ਤੋਂ ਉੱਪਰ ਹੁਣ ਇਹ ਬਿਲਕੁਲ ਇੱਕ ਨੰਗਾ ਚਿੱਟਾ ਕੇਸ 302 ਵਾਲਾ। ਇਸ ਮਾਮਲੇ ਦੇ ਵਿੱਚ ਕੀ 302 ਧਾਰਾ ਲੱਗਦੀ ਹੈ, ਜਿਹਦਾ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਹੋਇਆ। ਪੰਜਾਬ ਦੇ ਲੋਕ ਚਫੇਰੇ ਤੋਂ ਮਾਰੇ ਜਾ ਰਹੇ ਨੇ, ਚਿੱਟੇ ਦੇ ਨਾਲ ਮਾਰੇ ਜਾ ਰਹੇ ਨੇ। ਗੰਦੇ ਤੋਂ ਗੰਦਾ ਨਸ਼ਾ ਮੈਡੀਕਲ ਸਟੋਰਾਂ ਦੇ ਉੱਤੇ ਵਿਕ ਰਿਹਾ, ਔਰ ਇਹ ਕੈਮੀਕਲ ਦੇ ਨਾਲ ਤਿਆਰ ਕੀਤੀ ਜਾ ਰਹੀ ਸ਼ਰਾਬ ਪੇਟੀਆਂ ਦੀਆਂ ਪੇਟੀਆਂ ਦੇ ਰੂਪ ਦੇ ਵਿੱਚ। ਲੋਕ ਮਹਿੰਗੇ ਬ੍ਰਾਂਡ ਪੀਂਦੇ ਆ ਕਿ ਮਹਿੰਗਾ ਬ੍ਰਾਂਡ ਆ। ਇਹ ਮਹਿੰਗੇ ਬ੍ਰਾਂਡ ਇਹੋ ਜਿਹੀਆਂ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦੇ ਵਿੱਚ ਭਰੇ ਜਾ ਰਹੇ ਆ। ਇੱਕ ਤਾਂ ਲੋਕ ਮਾਰੇ ਜਾ ਰਹੇ ਆ, ਲੋਕਾਂ ਦੇ ਕਤਲ ਹੋ ਰਹੇ ਆ ਇੱਕ ਕਿਸਮ ਦੇ ਨਾਲ। ਦੂਸਰਾ ਇਹ ਜਿਹਨਾਂ ਨੇ ਠੇਕੇ ਲਏ ਨੇ ਸ਼ਰਾਬ ਦੇ, ਐਤਕੀ ਤਾਂ ਠੇਕੇ ਹੋਏ ਨਹੀਂ, ਚੁੱਪ ਕਰਕੇ ਪਿਛਲਿਆਂ ਨੂੰ ਹੀ ਦੇ ਦਿੱਤੇ ਗਾ, ਉਹਨਾਂ ਨੂੰ ਚੂਨਾ ਲੱਗ ਰਿਹਾ। ਉਹਨਾਂ ਨੂੰ ਚੂਨਾ ਜਿਹੜਾ ਲੱਗ ਰਿਹਾ ਉਹ ਸਰਕਾਰ ਨੂੰ ਚੂਨਾ ਲੱਗ ਰਿਹਾ, ਉਹ ਇੰਡੀਵਿਜੂਅਲ ਨੂੰ ਤਾਂ ਚੂਨਾ ਲੱਗਦਾ ਨਹੀਂ। ਉਹ ਕੁਛ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਪੂਰਾ ਕਰ ਲੈਂਦੇ ਆ। ਜਿਹੜੀਆਂ ਪੰਜਾਬ ਦੇ ਵਿੱਚ ਡਿਸਟਿਲਰੀਆਂ ਚੱਲਦੀਆਂ ਨੇ, ਇਹ ਕਿਹਾ ਜਾਂਦਾ ਹੈ ਕਿ ਉਹ ਵੀ ਹੁਣ ਦੂਓ ਜਿੰਨੇ ਹੋ ਸਕਦੇ ਪੈਸੇ ਉਹ ਇਲੀਗਲ ਤਰੀਕੇ ਦੇ ਨਾਲ ਉੱਥੋਂ ਸ਼ਰਾਬ ਕੱਢ ਕੇ ਬਣਾ ਰਹੀਆਂ ਨੇ। ਹਰਿਆਣੇ ਦੀ ਕਿੰਨੀ ਕੁ ਸ਼ਰਾਬ ਪੰਜਾਬ ਦੇ ਵਿੱਚ ਆ ਕੇ ਖਪਤ ਹੁੰਦੀ ਹੈ ਇਹ ਸਭ ਨੂੰ ਪਤਾ। ਸਰਕਾਰ ਰੋਕਣ ਦੇ ਵਾਸਤੇ ਤਿਆਰ ਨਹੀਂ। ਉਹਦਾ ਰੀਜ਼ਨ ਇਹ ਹੈ ਕਿ ਪੰਜਾਬ ਦੇ ਵਿੱਚ ਸ਼ਰਾਬ ਬਹੁਤ ਮਹਿੰਗੀ ਹੈ, ਹਰਿਆਣੇ ਦੇ ਵਿੱਚ ਸਸਤੀ ਹੈ, ਚੰਡੀਗੜ੍ਹ ਦੇ ਵਿੱਚ ਜਿਹੜੀ ਉਹ ਸਸਤੀ ਹੈ, ਉਹਦੇ ਕਰਕੇ ਇੱਥੇ ਸਮਗਲਿੰਗ ਹੁੰਦੀ ਹੈ। ਕਦੀ ਇਹਦੇ ਵਾਸਤੇ ਨਹੀਂ ਸੋਚਿਆ ਗਿਆ ਕਿ ਪੰਜਾਬ ਦਾ ਰੈਵਨਿਊ ਜਿਹੜਾ ਡੇ ਬਾਈ ਡੇ ਥੱਲੇ ਤੁਰਿਆ ਜਾ ਰਿਹਾ, ਉਹ ਅਸਲ ਦੇ ਵਿੱਚ ਕਿੱਥੇ ਕਿੱਥੇ ਚੋਰ ਮੋਰੀਆਂ ਨੇ, ਉਹਨੂੰ ਕਦੀ ਲੱਭਣ ਦੇ ਯਤਨ ਹੀ ਨਹੀਂ ਕੀਤੇ ਗਏ। ਚੋਰ ਮੋਰੀਆਂ ਨੂੰ ਛੱਡੋ, ਰੈਵਨਿਊ ਨੂੰ ਛੱਡੋ, ਪੰਜਾਬ ਦੇ ਲੋਕਾਂ ਨੂੰ ਬਚਾਉਣ ਦੇ ਯਤਨ ਵੀ ਨਹੀਂ ਕੀਤੇ ਜਾ ਰਹੇ। ਧੰਨਵਾਦ। ਸਤਿ ਸ਼੍ਰੀ ਅਕਾਲ।